ਨਵੀਂ ਬਣੀ ਗਵਰਨਰ ਜਨਰਲ ਮੈਰੀ ਸਾਈਮਨ ਨੇ ਅੱਜ ਵਰਚੁਅਲੀ ਤਰੀਕੇ ਦੇ ਨਾਲ ਮਹਾਰਾਣੀ ਐਲਿਜ਼ਾਬੈਥ ਦੇ ਨਾਲ ਮੀਟਿੰਗ ਕੀਤੀ। ਮੈਰੀ ਸਾਈਮਨ ਸੋਮਵਾਰ ਨੂੰ ਕੈਨੇਡਾ ਦੇ ਵਿੱਚ ਰਾਣੀ ਦੇ ਨੁਮਾਇੰਦੇ ਦੇ ਤੌਰ ਦੇ ਉੱਤੇ ਸਹੁੰ ਚੁੱਕਣਗੇ। ਇਸ ਮੁਲਾਕਾਤ ਦੇ ਦੌਰਾਨ ਰਾਣੀ ਨੇ ਸਾਈਮਨ ਨੂੰ ਆਰਡਰ ਆਫ ਕੈਨੇਡਾ, ਆਰਡਰ ਆਫ ਮਿਲਟਰੀ ਮੈਰਿਟ ਤੇ ਆਰਡਰ ਆਫ ਪੁਲਿਸ ਬਲਾਂ ਦੇ ਨਾਲ ਨਵਾਜ਼ਿਆ। ਸਾਈਮਨ ਜੋ ਕਿ ਨਨੋਵਿਕ ਦੇ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਪੈਦਾ ਹੋਈ ਹੈ, ਇਸ ਅਹੁਦੇ ਤੇ ਬੈਠਣ ਵਾਲੀ ਪਹਿਲੀ ਮੂਲ ਵਾਸੀ ਮਹਿਲਾ ਹੋਵੇਗੀ, ਕਿਉਂਕਿ ਇਹ ਅਹੁਦਾ ਜਨਵਰੀ ਤੋਂ ਹੀ ਖਾਲੀ ਪਿਆ ਸੀ ਜਦੋਂ ਤੋਂ ਜੂਲੀ ਪੀਅਟ ਨੇ ਅਸਤੀਫਾ ਦਿੱਤਾ। ਉਧਰ BC ਦੇ ਦੱਖਣੀ ਅੰਦਰੂਨੀ ਹਿੱਸੇ ਦੇ ਬਹੁਤ ਸਾਰੇ ਜਿਹੜੇ ਹਿੱਸੇ ਨੇ ਉਹ ਹਵਾਵਾਂ ਨੇ ਜੰਗਲੀ ਅੱਗ ਉੱਥੇ ਵਧਾ ਦਿੱਤੀ ਹੈ। ਕਾਰਨ ਹੈ ਸੋਕਾ ਤੇ ਲਗਾਤਾਰ ਬਾਰਿਸ਼ ਦਾ ਨਾ ਪੈਣਾ, ਜਿਸ ਕਾਰਨ ਪਾਣੀ ਦੀ ਕਮੀ ਹੋ ਰਹੀ ਹੈ ਤੇ ਅੱਗ ਦੀਆਂ ਲਪਟਾਂ ਵਧ ਰਹੀਆਂ ਨੇ। ਇਸ ਤੋਂ ਇਲਾਵਾ BC ਦੀਆਂ ਹੋਰ ਕਮਿਊਨਿਟੀਜ਼ ਲਈ ਵੀ ਇਹੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਉਹ ਥਾਵਾਂ ਖਾਲੀ ਕਰ ਦੇਣ। ਕਈ ਬ੍ਰਿਜ ਨੇ ਜਿਨ੍ਹਾਂ ਦੇ ਉੱਤੇ ਅਲਰਟ ਜਾਰੀ ਕੀਤਾ ਗਿਆ, ਜਿਨ੍ਹਾਂ ਦੇ ਉੱਤੇ ਲਪਟਾਂ ਜਿਹੜੀਆਂ ਨੇ ਅੱਗ ਦੀਆਂ ਉਹ ਆ ਰਹੀਆਂ ਨੇ। ਇਸੇ ਲਈ ਇਹ ਹੁਕਮ ਜਾਰੀ ਕੀਤੇ ਗਏ ਨੇ। ਲਿਟਨ ਕ੍ਰੀਕ ਅੱਗ ਦੇ ਖੇਤਰ ਦੇ ਵਿੱਚ ਰਾਤੋਂ ਰਾਤ ਲਿਟਨ ਦੇ ਸਪੈਂਸਸ ਬ੍ਰਿਜ ਦੇ ਵਿਚਕਾਰੋਂ ਲੰਘ ਰਹੇ ਡਰਾਈਵਰਾਂ ਨੂੰ ਚੇਤਾਵਨੀ ਦੇ ਵਜੋਂ ਸਾਇਰਨ ਵਜਾਏ ਗਏ। BC ਦੀ ਜੰਗਲ ਦੀ ਅੱਗ ਦੀ ਸਥਿਤੀ ਮੋਹਰੀ ਕਤਾਰਾਂ ਤੇ ਚਾਲਕਾਂ ਨੂੰ ਚੁਣੌਤੀ ਦੇ ਰਹੀ ਹੈ, ਕਿਉਂਕਿ ਹਵਾ ਦੇ ਨਾਲ ਇਸ ਵੇਲੇ ਚੁਣੌਤੀ ਵੱਡੀ ਹੈ। ਹਾਲ ਹੀ ਦੇ ਵਿੱਚ ਬਾਰਿਸ਼ ਨਾ ਹੋਣ ਦੇ ਨਾਲ ਹਾਲਾਤ ਕਾਫੀ ਸੁੱਕੇ ਪਏ ਨੇ। ਤਾਪਮਾਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਉੱਚ ਪੱਧਰ ਤੇ ਹੈ। ਸੋਕੇ ਦੀ ਸਥਿਤੀ ਤੇ ਪਾਣੀ ਦੀ ਘਾਟ ਜੰਗਲੀ ਅੱਗ ਦੇ ਨਾਲ ਲੜਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਹੋਰ ਪ੍ਰੈਸ਼ਰ ਨੂੰ ਵੀ ਜੋੜ ਰਹੀ ਹੈ, ਜਿਵੇਂ ਕਿ ਚਾਲਕ ਘਰਾਂ ਤੇ ਕਮਿਊਨਿਟੀਆਂ ਤੋਂ ਅੱਗ ਦੀਆਂ ਲਪਟਾਂ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਵੀਰਵਾਰ ਦੀ ਰਾਤ ਤੱਕ BC ਦੇ ਵਿੱਚ 272 ਜੰਗਲੀ ਅੱਗਾਂ ਲੱਗੀਆਂ ਸਨ। 1 ਅਪ੍ਰੈਲ ਤੋਂ ਸੂਬੇ ਦੇ ਮੁਤਾਬਕ 3,60,000 ਹੈਕਟੇਅਰ ਤੋਂ ਵੱਧ ਹਿੱਸਾ ਸੜ ਚੁੱਕਿਆ ਹੈ। ਕੈਮਲੂਪਸ ਫਾਇਰ ਸੈਂਟਰ 98 ਤੋਂ ਵੱਧ ਅੱਗਾਂ ਦੀ ਸਭ ਤੋਂ ਸਰਗਰਮ ਗਿਣਤੀ ਵੇਖ ਰਿਹਾ ਹੈ। ਸਾਊਥ ਈਸਟ ਫਾਇਰ ਸੈਂਟਰ ਸਭ ਤੋਂ ਵੱਧ ਕਿਰਿਆਸ਼ੀਲ ਅੱਗਾਂ ਯਾਨੀ 98 ਅੱਗਾਂ ਵੇਖ ਰਿਹਾ। ਸਾਊਥ ਈਸਟ ਫਾਇਰ ਸੈਂਟਰ 64, ਜਦਕਿ ਕ੍ਰੇਬਿਊਰ ਫਾਇਰ ਸੈਂਟਰ 45 ਕਿਰਿਆਸ਼ੀਲ ਅੱਗਾਂ ਦੀ ਰਿਪੋਰਟ ਕਰ ਰਿਹਾ ਹੈ। ਅੱਗ ਦੀਆਂ ਲਪਟਾਂ ਨੇ BC ਦੇ ਦੱਖਣੀ ਅੰਦਰੂਨੀ ਹਿੱਸੇ ਦੇ ਵਿੱਚ ਬਹੁਤ ਸਾਰੇ ਸਥਾਨਾਂ ਨੂੰ ਕੱਢਣ ਦੇ ਲਈ ਮਜਬੂਰ ਕੀਤਾ। ਤਾਜ਼ਾ ਹੁਕਮ ਜਿਹੜੇ ਨੇ ਉਹ ਸਪੈਂਸ ਬ੍ਰਿਜ ਖੇਤਰ ਨੂੰ ਪ੍ਰਭਾਵਿਤ ਕਰ ਰਹੇ ਨੇ, ਜਿੱਥੇ 169 ਜਾਇਦਾਦਾਂ ਦੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਪਰ ਸੂਬੇ ਦੇ ਵਿੱਚ ਹਜ਼ਾਰਾਂ ਸੰਪਤੀਆਂ ਨਿਕਾਸੀ ਦੇ ਹੁਕਮਾਂ ਦੇ ਨਾਲ ਕੈਮਲੂਪਸ ਵਪਾਰਕ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਨੇ। ਸਪੈਂਸਸ ਬ੍ਰਿਜ ਦੇ ਵਿੱਚ ਬਲੂ ਸਕਾਈ ਕੰਟਰੀ ਦੇ ਲਈ ਇਹ ਕਿਹਾ ਗਿਆ ਹੈ ਕਿ ਜੇ ਤੁਹਾਡੀ ਮੁੱਢਲੀ ਰਿਹਾਇਸ਼ ਖਾਲੀ ਕਰ ਲਈ ਗਈ ਹੈ, ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਤੁਸੀਂ ਦੋਸਤਾਂ ਜਾਂ ਪਰਿਵਾਰ ਦੇ ਨਾਲ ਉੱਥੇ ਜਾ ਕੇ ਰਹਿਣ ਦਾ ਪ੍ਰਬੰਧ ਕਰੋ। ਹਵਾਵਾਂ ਕੁਝ ਖੇਤਰਾਂ ਦੇ ਵਿੱਚ ਅੱਗ ਦੀਆਂ ਲਪਟਾਂ ਨੂੰ ਵੇਖ ਰਹੀਆਂ ਨੇ, ਪਰ ਅਜੇ ਤੱਕ ਉਹਨਾਂ ਜਿਹੜਾ ਸਮੁੰਦਰੀ ਕੰਢੇ ਵੱਲ ਨੂੰ ਧੂਆਂ ਜਿਹੜਾ ਨਹੀਂ ਢੱਕਿਆ। ਮੌਸਮ ਵਿਗਿਆਨੀ ਮਾਈਕਲ ਕੁਸ ਦਾ ਕਹਿਣਾ ਹੈ ਕਿ ਅਸੀਂ ਪਸੰਦ ਕਰਦੇ ਹਾਂ ਕਿ ਮੈਟਰੋ ਵੈਨਕੂਵਰ ਤੇ ਅਜੇ ਤੱਕ ਪਈ ਧੁੰਦ ਨੂੰ ਵੇਖਿਆ ਨਹੀਂ ਜਾਏਗਾ। ਉਹਨਾਂ ਕਿਹਾ ਕਿ ਪੱਛਮੀ ਹਵਾਵਾਂ ਸਮੁੰਦਰੀ ਕੰਢੇ ਤੇ ਹਾਵੀ ਹੁੰਦੀਆਂ ਰਹਿੰਦੀਆਂ ਨੇ, ਤੇ ਜੇ ਇਹ ਸਾਨੂੰ ਲੋਅਰ ਮੇਨਲੈਂਡ ਦੇ ਦੁਆਲੇ ਜੰਗਲ ਦੀ ਅੱਗ ਦੇ ਧੂਏ ਤੋਂ ਦੂਰ ਰੱਖਦਾ ਹੈ ਤਾਂ ਐਤਵਾਰ ਨੂੰ ਅਸੀਂ ਇੱਕ ਦੱਖਣੀ ਹਵਾ ਦੇ ਨਿਕਾਸ ਨੂੰ ਦੇਖ ਸਕਦੇ ਹਾਂ। ਉਹਨਾਂ ਦਾ ਕਹਿਣਾ ਹੈ ਕਿ ਜੰਗਲ ਦੀ ਅੱਗ ਦਾ ਧੂਆਂ ਸ਼ੁੱਕਰਵਾਰ ਤੋਂ ਸ਼ਨੀਵਾਰ ਨੂੰ ਕੁਟੇਨਿਸ ਤੇ ਐਵਲ ਵੈਲੀ ਵਿੱਚ ਅੱਗੇ ਜਾਣ ਦੀ ਉਮੀਦ ਹੈ। ਜਿਵੇਂ ਕਿ ਜੰਗਲਾਂ ਦੀ ਅੱਗ ਦੇ ਕਾਰਨ ਸੈਂਕੜੇ ਵਸਨੀਕਾਂ ਨੂੰ ਉਹਨਾਂ ਦੇ ਘਰਾਂ ਤੋਂ ਨਿਕਲਣ ਲਈ ਮਜਬੂਰ ਹੋਣਾ ਪਿਆ। ਸੂਬੇ ਦੀ ਐਮਰਜੈਂਸੀ ਤਾਲਮੇਲ ਏਜੰਸੀ ਦਾ ਕਹਿਣਾ ਹੈ ਕਿ ਇਹ ਦੇਸ਼ ਦੇ ਸਰਵਜਨਿਕ ਚੇਤਾਵਨੀ ਪ੍ਰਣਾਲੀ ਦੀ ਵੱਡੇ ਪੱਧਰ ਤੇ ਸੰਭਾਵਤ ਘਾਤਕ ਆਫਤਾਂ ਲਈ ਵਰਤੋਂ ਵਧਾਉਣ ਲਈ ਕੰਮ ਕਰ ਰਹੀ ਹੈ। ਅਲਰਟ ਰੈਡੀ ਸਿਸਟਮ ਸਰਕਾਰੀ ਅਧਿਕਾਰੀਆਂ ਨੂੰ ਪ੍ਰਮੁੱਖ ਟੈਲੀਵਿਜ਼ਨ ਤੇ ਰੇਡੀਓ ਪ੍ਰਸਾਰਕਾਂ ਦੇ ਨਾਲ ਅਨੁਕੂਲ ਵਾਇਰਲੈਸ ਡਿਵਾਈਸਾਂ ਦੁਆਰਾ ਜਨਤਕ ਸੁਰੱਖਿਆ ਚੇਤਾਵਨੀ ਜਾਰੀ ਕਰਨ ਦੀ ਆਗਿਆ ਦਿੰਦਾ ਹੈ। ਐਮਰਜੈਂਸੀ ਪ੍ਰਬੰਧਨ BC ਦੇ ਕਾਰਜਕਾਰੀ ਨਿਰਦੇਸ਼ਕ ਪੈਡਰੋ ਬ੍ਰੈਸ਼ ਦਾ ਕਹਿਣਾ ਹੈ ਕਿ ਸਿਸਟਮ ਦਾ ਵਿਸਤਾਰ ਕਰਨਾ ਇੱਕ ਤਰਜੀਹ ਹੈ। ਹਾਲਾਂਕਿ ਉਹ ਇਹ ਨਹੀਂ ਕਹਿ ਸਕੇ ਕਿ ਜੰਗਲ ਦੀ ਅੱਗ ਦੇ ਮੌਸਮ ਦੇ ਵਿੱਚ ਇਹ ਜਗ੍ਹਾ ਹੋਵੇਗੀ ਜਾਂ ਨਹੀਂ। ਬ੍ਰੈਸ਼ ਦਾ ਕਹਿਣਾ ਹੈ ਕਿ ਉਹ ਨਿਕਾਸੀ ਦੇ ਆਦੇਸ਼, ਚੇਤਾਵਨੀਆਂ ਤੇ ਹੋਰ ਐਮਰਜੈਂਸੀ ਜਾਣਕਾਰੀਆਂ ਜਾਰੀ ਕਰਨ ਲਈ ਮੌਜੂਦਾ ਪ੍ਰਣਾਲੀਆਂ ਦੀ ਪੂਰਤੀ ਕਰਨਗੇ ਤੇ ਉਹਨਾਂ ਨੂੰ ਤਬਦੀਲ ਨਹੀਂ ਕਰੇਗਾ। ਵੀਰਵਾਰ ਤੱਕ BC ਦੇ ਦੱਖਣ ਵਿੱਚ ਜੰਗਲੀ ਅੱਗ ਦੀ ਲਪੇਟ ਦੇ ਵਿੱਚ ਆਉਣ ਕਾਰਨ ਲਗਭਗ 4,300 ਸੰਪਤੀਆਂ ਨਿਕਾਸੀ ਦੇ ਆਦੇਸ਼ਾਂ ਹੇਠ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਰੇਸਿਜ਼ਮ ਦੇ ਮਾਮਲੇ ਕਦੋਂ ਰੁਕਣਗੇ? ਕੀ ਕਰ ਰਹੀਆਂ ਨੇ ਸੂਬਾ ਸਰਕਾਰਾਂ ਤੇ ਫੈਡਰਲ ਸਰਕਾਰ ਰੇਸਿਜ਼ਮ ਨੂੰ ਰੋਕਣ ਦੇ ਲਈ? ਕੀ ਅਨਮੋਲ ਸਿੰਘ ਦੇ ਨਾਲ ਹੋਈ ਨਸਲੀ ਵਾਰਦਾਤ ਤੋਂ ਬਾਅਦ ਕੁਝ ਬਦਲ ਪਾਏਗਾ? ਇਸ ਸੰਬੰਧੀ ਗੱਲਬਾਤ ਕੀਤੀ MLA ਰਚਨਾ ਸਿੰਘ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਲ ਹੀ ਦੇ ਵਿੱਚ ਕਲੋਨਾ ਤੋਂ ਜਿਵੇਂ ਕਿ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਸਿਕਿਉਰਿਟੀ ਗਾਰਡ, ਪੰਜਾਬੀ ਸਿਕਿਉਰਿਟੀ ਗਾਰਡ ਮੁੰਡਾ ਸੀਗਾ,
ਜਿਹਦੇ ਨਾਲ ਨਸਲੀ ਟਿੱਪਣੀ ਕੀਤੀ ਗਈ। ਇੱਕ ਗੋਰੇ ਵਿਅਕਤੀ ਨੇ ਉਸ ਨੂੰ ਕਾਫੀ ਸਾਰੀਆਂ ਚੀਜ਼ਾਂ ਕਹੀਆਂ। ਇਹ ਵੀਡੀਓ ਖੈਰ ਹੁਣ ਤੱਕ ਸਾਰਿਆਂ ਤੱਕ ਪਹੁੰਚ ਚੁੱਕੀ ਹੋਈ ਹੈ। ਇਸ ਵੀਡੀਓ ਦੇ ਵਿੱਚ ਅਸੀਂ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ ਕਿਵੇਂ ਉਸ ਸ਼ਖਸ ਨੂੰ ਯਾਨੀ ਕਿ ਸਿਕਿਉਰਿਟੀ ਗਾਰਡ ਜੋ ਕਿ ਪੰਜਾਬੀ ਮੂਲ ਦਾ, ਉਹਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਗੋ ਬੈਕ ਟੂ ਯੂਅਰ ਕੰਟਰੀ, ਗੋ ਬੈਕ ਟੂ ਇੰਡੀਆ। ਸੋ ਇਹ ਨਸਲੀ ਟਿੱਪਣੀ ਕਿਤੇ ਨਾ ਕਿਤੇ ਹੈ। ਇਹ ਵੀਡੀਓ ਜਦੋਂ ਵਾਇਰਲ ਹੋ ਗਈ ਤਾਂ ਸਾਰਿਆਂ ਤੱਕ ਇਹ ਮਾਮਲਾ ਪਹੁੰਚਿਆ। ਇਹ ਮਾਮਲੇ ਰੁਕਣੇ ਚਾਹੀਦੇ ਨੇ, ਸਰਕਾਰਾਂ ਨੂੰ ਵੀ ਇਸ ਦੇ ਉੱਤੇ ਕੁਝ ਨਾ ਕੁਝ ਕਰਨ ਦੀ ਲੋੜ ਹੈ। ਇਸ ਸਮੇਂ ਸਾਡੇ ਨਾਲ ਰਚਨਾ ਸਿੰਘ ਜੀ ਜੁੜੇ ਹੋਏ ਨੇ। ਰਚਨਾ ਜੀ ਨਾਲ ਵੀ ਅਸੀਂ ਇਸ ਸੰਬੰਧੀ ਗੱਲ ਕਰਦੇ ਹਾਂ। ਰਚਨਾ ਜੀ, ਮਾਮਲਾ ਤੁਹਾਡੇ ਧਿਆਨ ਦੇ ਵਿੱਚ ਹੈਗਾ ਹੀ ਹੈ, ਤੁਸੀਂ ਖੁਦ ਅਨਮੋਲ ਦੇ ਨਾਲ ਜਿਹੜੀ ਗੱਲਬਾਤ ਕਰ ਚੁੱਕੇ ਹੋ। ਇਹ ਮਾਮਲੇ ਨੂੰ ਓਵਰਆਲ ਤੁਸੀਂ ਕਿਵੇਂ ਦੇਖਦੇ ਹੋ? ਜੀ ਬਹੁਤ ਹੀ ਇਟਸ ਅ ਸੈਡ ਥਿੰਗ, ਔਰ ਇਹ ਕਿ ਸ਼ਰੀ ਇਕੱਲਾ ਇੱਕ ਆਈਸੋਲੇਟਿਡ ਮਾਮਲਾ ਨਹੀਂ ਹੈਗਾ ਜੋ ਅਨਮੋਲ ਨਾਲ ਹੋਇਆ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਵੀਡੀਓ ਵਿੱਚ ਕਿਸੇ ਬੰਦੇ ਨੇ ਉਹਨੂੰ ਰਿਕਾਰਡ ਕੀਤਾ ਤੇ ਉਹ ਵਾਇਰਲ ਹੋ ਗਿਆ ਟਵਿੱਟਰ ਦੇ ਉੱਤੇ, ਸੋਸ਼ਲ ਮੀਡੀਆ ਤੇ ਔਰ ਮੇਨ ਸਟ੍ਰੀਮ ਮੀਡੀਆ ਤੇ ਵੀ। ਪਰ ਐਵੇਂ ਦੇ ਹਾਦਸੇ ਕਈ ਰੋਜ਼ ਹੁੰਦੇ ਆ ਔਰ ਸਾਡੇ ਤੱਕ ਆਉਂਦੇ ਵੀ ਨਹੀਂ ਹੈਗੇ। ਪਰ ਇਹ ਕਿ ਰੇਸਿਜ਼ਮ ਹੈ ਜਿਹੜਾ ਕਿ ਸਾਡੇ ਸਟਰਕਚਰਸ 'ਚ ਵੜਿਆ ਹੋਇਆ, ਸਾਡੀ ਆਮ ਜ਼ਿੰਦਗੀ ਵਿੱਚ ਲੋਕਾਂ ਨੂੰ, ਜਿਵੇਂ ਅਨਮੋਲ ਨਾਲ ਹੋਇਆ, ਕਈ ਔਰਤਾਂ ਜਿਹੜੀਆਂ ਮੁਸਲਮਾਨ ਔਰਤਾਂ ਹੈ ਉਹਨਾਂ ਨੂੰ ਐਵੇਂ ਦਾ ਗਾਲੀ ਗਲੋਚ ਸੁਣਨਾ ਪੈਂਦਾ ਹੈਗਾ। ਇਹ ਤਾਂ ਆਮ ਹੀ ਇੱਕ ਟਿੱਪਣੀ ਹੈਗੀ, ਗੋ ਬੈਕ ਟੂ ਯੂਰ ਕੰਟਰੀ। ਕਿਸੇ ਤਰ੍ਹਾਂ ਇਹ ਸਮਝ ਲੈਣਾ ਕਿ ਵਾਈਟ ਸੁਪਰਮਿਸਟ ਦਾ ਦੀ ਜਿਹੜਾ ਭਾਰੂ ਹੋ ਜਾਣਾ ਕਿ ਜਿਹੜੇ ਵਾਈਟ ਉਹਨਾਂ ਨੂੰ ਅਧਿਕਾਰ ਹੈ ਇੱਥੇ ਰਹਿਣ ਦਾ, ਜਦ ਕਿ ਸਾਡੇ ਵਰਗੇ ਜਿਹੜੇ ਜਾਂ ਹੋਰ ਕੋਈ ਕਿਸੇ ਵੀ ਹੋਰ ਮੁਲਕ ਤੋਂ ਆਏ ਲੋਕ ਹੈ ਜਾਂ ਕੋਈ ਹੋਰ ਨਸਲ ਤੋਂ ਹੈਗੇ ਆ, ਉਹਨਾਂ ਨੂੰ ਨਹੀਂ ਹੈਗਾ। ਸੋ ਐਕਸਟ੍ਰੀਮਲੀ ਡਿਸਅਪੋਇੰਟਿੰਗ, ਔਰ ਜਿੰਨਾ ਇਹਦੀ ਨਿਖੇਧੀ ਹੋ ਸਕੇ ਉਨੀ ਹੋਣੀ ਚਾਹੀਦੀ ਹੈ। ਸਾਡੀ ਸਰਕਾਰ ਇਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਸੀਰੀਅਸਲੀ ਲੈਂਦੀ ਹੈ। ਪ੍ਰੀਮੀਅਰ ਹੌਰਗਨ ਨੇ ਵੀ ਅਨਮੋਲ ਸਿੰਘ ਨਾਲ ਗੱਲ ਕੀਤੀ, ਮੈਂ ਆਪ ਪਰਸਨਲੀ ਗੱਲ ਕੀਤੀ ਹੈਗੀ ਹੈ। ਔਰ ਜਿਹੜੀ ਸਾਡੀ ਸਰਕਾਰ ਦੀ ਕਮਿਟਮੈਂਟ ਹੈ ਟੂ ਫਾਈਟ ਰੇਸਿਜ਼ਮ, ਮੈਨੂੰ ਲੱਗਦਾ ਕਿ ਹਰ ਸਰਕਾਰ ਦੀ ਮੋਰਲ ਤੇ ਐਥੀਕਲ ਰਿਸਪੌਂਸਿਬਿਲਿਟੀ ਹੁੰਦੀ ਹੈ ਟੂ ਫਾਈਟ ਰੇਸਿਜ਼ਮ। ਔਰ ਇਹ ਕਿ ਇਕੱਲਾ ਇੱਕ, ਮੈਂ ਜਿਵੇਂ ਪਹਿਲਾਂ ਕਿਹਾ, ਇੱਕ ਆਈਸੋਲੇਟਿਡ ਇੰਸੀਡੈਂਟਸ ਨਹੀਂ ਹੈ, ਐਵੇਂ ਤੇ ਬਹੁਤ ਹਾਦਸੇ ਹੁੰਦੇ ਹੈ ਔਰ ਸਾਡੇ ਸਟਰਕਚਰਸ 'ਚ ਵੜੇ ਹੋਏ ਹੈ। ਤਾਂ ਇਸ ਕਰਕੇ ਬਹੁਤ ਜ਼ਿਆਦਾ ਸਰਕਾਰਾਂ ਦੇ ਉੱਤੇ ਵੀ, ਪਰ ਕਮਿਊਨਿਟੀ ਦੇ ਉੱਤੇ ਵੀ ਆ ਜਾਂਦਾ ਟੂ ਕਾਊਂਟਰ ਇਟ। ਕਮਿਊਨਿਟੀ ਨੇ ਆਪਣਾ ਰੋਲ ਇਸ ਦੇ ਵਿੱਚ ਨਿਭਾਇਆ, ਕਿਵੇਂ ਇਹਦੇ ਬਾਰੇ ਚਰਚਾ ਸ਼ੁਰੂ ਕੀਤੀ, ਸਾਰੀ ਗੱਲਬਾਤ ਸ਼ੁਰੂ ਕੀਤੀ। ਔਰ ਸਰਕਾਰਾਂ ਦਾ ਕੰਮ ਹੁੰਦਾ ਕੰਕਰੀਟ ਐਕਸ਼ਨ ਪਲਾਨ ਲੈ ਕੇ ਆਉਣਾ, ਲੈਜਿਸਲੇਸ਼ਨ ਇੰਚ ਤੇ ਲੈ ਕੇ ਆਉਣਾ ਹੈ ਕਿ ਜਿਹੜੇ ਇਹਦੀ ਵੱਧ ਤੋਂ ਵੱਧ ਨਿਖੇਧੀ ਕਰ ਸਕਣ। ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਟੂ ਬੀ ਪਾਰਟ ਆਫ ਦਾ ਗਵਰਨਮੈਂਟ ਕਿ ਅਸੀਂ ਐਂਟੀ ਰੇਸਿਜ਼ਮ ਨੂੰ ਐਜ਼ ਅ ਕਮਿਟਮੈਂਟ ਲਿਆ ਹੈਗਾ। ਤੇ ਮੇਰੇ ਆਪਣੇ ਪੋਰਟਫੋਲੀਓ ਦੇ ਜਿਹੜੇ ਪਾਰਲੀਮੈਂਟਰੀ ਸੈਕਟਰੀ ਆਫ ਐਂਟੀ ਰੇਸਿਜ਼ਮ ਇਨੀਸ਼ੀਏਟਿਵਸ, ਅਸੀਂ 2 ਲੈਜਿਸਲੇਸ਼ਨਸ ਲੈ ਕੇ ਆ ਰਹੇ ਹਾਂ। ਇੱਕ ਤਾਂ ਡੇਟਾ ਲੈਜਿਸਲੇਸ਼ਨ, ਜਿਹਦੇ ਨਾਲ ਪਤਾ ਚੱਲੇਗਾ ਕਿ ਜਿਹੜੀਆਂ ਘੱਟ ਗਿਣਤੀ ਜਿਹੜੀਆਂ ਕਮਿਊਨਿਟੀਜ਼ ਹੈਗੀਆਂ ਉਹਨਾਂ ਨਾਲ ਕਿਵੇਂ ਵਿਤਕਰਾ ਹੋ ਰਿਹਾ ਤੇ ਕਿਵੇਂ ਪਾਲਿਸੀ ਲਿਆਈ ਜਾ ਸਕੇ ਕਿ ਉਹਨਾਂ ਤੇ ਅਸੀਂ ਪਾਲਿਸੀ ਵਰਕ ਕਰ ਸਕੀਏ। ਪਰ ਪਲੱਸ ਫॉर द फर्स्ट टाइम एवर ਇਨ ਬ੍ਰਿਟਿਸ਼ ਕੋਲੰਬੀਆ ਇੱਕ ਐਂਟੀ ਰੇਸਿਜ਼ਮ ਐਕਟ ਆਏਗਾ ਜਿਹੜਾ ਕਿ ਇਹ ਚੀਜ਼ਾਂ ਨੂੰ ਬਹੁਤ ਰੱਖੇਗਾ ਕਿ ਜਿਹੜੇ ਹੇਟ ਕ੍ਰਾਈਮਸ ਹੋ ਰਹੇ, ਜਿਵੇਂ ਇਹ ਅਨਮੋਲ ਨਾਲ ਜਿਹੜਾ ਹੇਟ ਕ੍ਰਾਈਮ ਹੋਇਆ, ਇਹਦੇ ਤੇ ਕਿਵੇਂ ਦੀ ਪੈਨਲਟੀਜ਼ ਲਾਈ ਜਾਣ, ਕਿਵੇਂ ਇਹਦੀ ਡੈਫੀਨੇਸ਼ਨ ਹੋ ਸਕੇ, ਪੁਲਿਸ ਨੂੰ ਵੀ ਕਿਵੇਂ ਉਹ ਜ਼ਿਆਦਾ ਚਾਰਜਿਸ ਵਗੈਰਾ ਲਾ ਸਕਣ। ਇਹਦੇ ਤੇ ਮਿਨਿਸਟਰੀ ਆਫ ਅਟਾਰਨੀ ਜਨਰਲ, ਮਿਨਿਸਟਰੀ ਆਫ ਪਬਲਿਕ ਸੇਫਟੀ ਐਂਡ ਸੋਲਿਸਿਟਰ ਜਨਰਲ, ਉਹ ਵੀ ਬਹੁਤ ਜ਼ਿਆਦਾ ਕਲੋਜ਼ਲੀ ਕੰਮ ਕਰ ਰਹੇ। ਪਰ ਬਹੁਤ ਕੰਮ ਕਰਨ ਦੀ ਲੋੜ ਹੈ ਐਂਡ ਵੀ ਆਰ ਕਮਿਟਡ ਟੂ ਡੂ ਦੈਟ। ਰਚਨਾ ਜੀ, ਜਿਵੇਂ ਕਿ ਤੁਸੀਂ ਕਿਹਾ ਵੀ ਕੰਮ ਵਾਕਈ ਤੇ ਕਰਨ ਦੀ ਲੋੜ ਹੈ। ਜਦੋਂ ਅਨਮੋਲ ਨਾਲ ਵੀ ਗੱਲ ਹੋਈ ਸੀ ਤਾਂ ਉਹਨੇ ਕਿਹਾ ਸੀ ਇਸ ਮਾਮਲੇ ਦੀ ਜਾਂਚ ਜਿਹੜੀ ਆ ਪੁਲਿਸ ਦੇ ਵੱਲੋਂ ਤਾਂ ਕੀਤੀ ਜਾ ਰਹੀ ਹੈ, ਪਰ ਕਾਫੀ ਦਿਨ ਹੋ ਗਏ ਨੇ, 4-5 ਦਿਨ ਬੀਤ ਚੁੱਕੇ ਨੇ, ਹਫਤਾ ਬੀਤ ਚੁੱਕਿਆ ਔਰ ਕੋਈ ਵੀ ਹਜੇ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਨਹੀਂ ਜਾ ਰਹੀ। ਸੋ ਕੀ ਇੰਨਾ ਔਖਾ ਹੈ ਇਦਾਂ ਦੇ ਮਾਮਲੇ ਜਦੋਂ ਹੋ ਜਾਂਦੇ ਨੇ, ਜਾਂਚ ਵਿੱਚ ਹੀ ਇੰਨਾ ਸਮਾਂ ਲੱਗ ਜਾਂਦਾ ਹੈ? ਇੰਨੇ ਸਮੇਂ ਦੇ ਵਿੱਚ ਤਾਂ ਮਾਮਲਾ ਹੀ ਠੰਡਾ ਪੈ ਜਾਂਦਾ ਤੇ ਅੱਗੇ ਕੁਝ ਵੀ ਨਹੀਂ ਹੁੰਦਾ। ਨਹੀਂ, ਇਹੀ ਬਹੁਤ ਜ਼ਿਆਦਾ ਸਾਨੂੰ ਜਦ ਅਸੀਂ ਸਟੇਕ ਹੋਲਡਰਸ ਨਾਲ ਗੱਲ ਕਰਦੇ ਹਾਂ ਤੇ ਇਹ ਗੱਲ ਉੱਭਰ ਕੇ ਆ ਰਹੀ ਹੈਗੀ ਹੈ ਕਿ ਪੁਲਿਸ ਦੇ ਵੀ ਹੱਥ ਕਿਸੇ ਤਰ੍ਹਾਂ ਨਾਲ ਟਾਈਡ ਹੈਗੇ ਹੈ ਟੂ ਹੇਟ ਕ੍ਰਾਈਮ ਨੂੰ ਪੀਨਲਾਈਜ਼ ਕਰਨ ਦੇ, ਉਹਦੇ ਚਾਰਜਿਸ ਲਾਉਣ ਦੇ ਵਿੱਚ ਕਿਸੇ ਨੂੰ, ਕਿਉਂਕਿ ਉਹ ਅਸੀਂ ਦੇਖਿਆ ਬਹੁਤ ਹੀ ਨਸਲੀ ਵਿਤਕਰਾ ਸੀਗਾ ਜਿਹੜਾ ਉਹ ਬੰਦਾ ਕਰ ਰਿਹਾ ਸੀਗਾ, ਗੋ ਬੈਕ ਟੂ ਯੋਰ ਕੰਟਰੀ ਐਂਡ, ਔਰ ਇੱਕ ਵਾਰ ਨਹੀਂ ਕਿੰਨੀ ਵਾਰ ਉਹਨੇ ਇਹ ਬੋਲਿਆ। ਪਰ ਇਹ ਕਿ ਪੁਲਿਸ ਜਦ ਕਿ ਜਿਹੜੇ ਦਾਇਰਿਆਂ 'ਚ ਹੁਣ ਕੰਮ ਕਰ ਰਹੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਕਿ ਉਹਨੇ ਅਸੌਲਟ ਤਾਂ ਨਹੀਂ ਕੀਤਾ, ਉਹਨੇ ਕੋਈ ਥ੍ਰੈਟ ਤਾਂ ਨਹੀਂ ਦਿੱਤਾ, ਬਹੁਤ ਜ਼ਿਆਦਾ ਐਵੇਂ ਦੀ ਚੀਜ਼ਾਂ ਹੈਗੀਆਂ। ਦੈਟਸ ਵਾਈ ਅਸੀਂ ਇਸ ਚੀਜ਼ ਨੂੰ ਸੁਖਾਲਾ ਕਰ ਰਹੇ ਹੈਗੇ ਕਿ ਕਲੀਅਰ ਡੈਫੀਨੇਸ਼ਨ ਵਟ ਇਜ਼ ਹੇਟ, ਦਿਸ ਵਾਜ਼ ਅ ਕਲੀਅਰ ਇਨਸੀਡੈਂਟ ਆਫ ਹੇਟ, ਪਰ ਉਹਦੀ ਜਿਹੜੀ ਕਲੀਅਰ ਡੈਫੀਨੇਸ਼ਨ ਹੈ, ਇੱਕ ਲੀਗਲ ਡੈਫੀਨੇਸ਼ਨ ਦੀ ਜ਼ਰੂਰਤ ਹੈਗੀ ਹੈ, ਜਿਹਦੇ ਲਈ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਮਿਨਿਸਟਰੀ ਆਫ ਅਟਾਰਨੀ ਜਨਰਲ, ਉਹਨਾਂ ਦਾ ਲੀਗਲ ਡਿਪਾਰਟਮੈਂਟ ਇਹਦੇ ਲਈ ਕਾਫੀ ਜ਼ਿਆਦਾ ਕੰਮ ਕਰ ਰਿਹਾ। ਔਰ ਦਿਸ ਇਜ਼ ਸਮਥਿੰਗ ਦੈਟ ਇਜ਼ ਔਨ ਆਵਰ ਰਡਾਰ ਕਿ ਜਿਹੜੇ ਹੇਟ ਕ੍ਰਾਈਮਸ ਨੂੰ ਵੱਧ ਤੋਂ ਵੱਧ, ਹੇਟ ਕ੍ਰਾਈਮਸ ਇੱਕ ਤਾਂ ਹੈ ਪ੍ਰੀਵੈਂਸ਼ਨ, ਉਹਨਾਂ ਦੀ ਵੱਧ ਤੋਂ ਵੱਧ ਐਜੂਕੇਸ਼ਨ ਹੋਣੀ ਚਾਹੀਦੀ ਹੈ ਕਿ ਐਵੇਂ ਦੇ ਹਾਦਸੇ ਵਾਪਰਨ ਹੀ ਨਾ, ਪਰ ਜਦੋਂ ਵਾਪਰ ਜਾਂਦੇ ਹੈ ਤੇ ਉਹਨਾਂ ਦੀ ਇੱਕ ਉਹ ਸਹੀ ਮੁਕਾਮ ਤੱਕ ਪਹੁੰਚ ਸਕਣ ਤਾਂ ਕਿ ਜਿਹੜਾ ਬੰਦਾ ਉਹ ਕਰ ਰਿਹਾ ਉਹਨੂੰ ਇੱਕ ਕਲੀਅਰ ਮੈਸੇਜ ਮਿਲੇ ਕਿ ਦਿਸ ਇਜ਼ ਸਿੰਪਲੀ ਨਾਟ ਐਕਸੈਪਟੇਬਲ, ਨਾਟ ਦ ਸੋਸਾਇਟੀ, ਨਾਟ ਦ ਗਵਰਨਮੈਂਟ, ਨਾਟ ਦ ਪੁਲਿਸ, ਔਰ ਕੋਈ ਵੀ ਸਾਡਾ ਜੁਡੀਸ਼ੀਅਲ ਸਿਸਟਮ ਇਹਨੂੰ ਐਕਸੈਪਟ ਨਹੀਂ ਕਰੇਗਾ। ਉਹਦੇ ਲਈ ਕਾਫੀ ਜ਼ਿਆਦਾ ਕੰਮ ਚੱਲ ਰਿਹਾ। ਉਹਦੇ ਲਈ ਯੂ ਆਰ ਵੈਰੀ ਰਾਈਟ ਕਿ ਇੰਨਾ ਸਮਾਂ ਨਹੀਂ ਲੱਗਣਾ ਚਾਹੀਦਾ, ਬਟ ਵੀ ਆਰ ਵਰਕਿੰਗ ਟੂਵਰਡਸ ਇਟ। ਸੋ ਇਹ ਸਿਰਫ ਇੱਕ ਮਾਮਲਾ ਨਹੀਂ ਹੈ, ਕਈ ਥਾਵਾਂ ਦੇ ਉੱਤੇ ਇਦਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਹਾਲ ਹੀ ਦੇ ਵਿੱਚ ਅਸੀਂ ਤਾਜ਼ਾ ਕੇਸ ਦੀ ਜੇ ਗੱਲ ਕਰ ਲਈ ਤਾਂ ਮੁਸਲਿਮ ਫੈਮਿਲੀ ਦੇ ਕਈ ਮੈਂਬਰ ਜਿਹੜੇ ਮਾਰ ਦਿੱਤੇ ਗਏ ਸੀਗੇ, ਉਹ ਵੀ ਹੇਟ ਕ੍ਰਾਈਮ ਉਹਦੇ ਵਿੱਚ ਸਾਹਮਣੇ ਆਇਆ। ਸੋ ਉਦੋਂ ਤੋਂ ਉਹਦੇ 'ਚ ਵੀ ਕਿਹਾ ਜਾ ਰਿਹਾ ਸੀ ਜਾਂਚ ਕੀਤੀ ਜਾ ਰਹੀ ਹੈ, ਉਹ ਬੇਸ਼ੱਕ ਉੱਚ ਸਜ਼ਾ ਦਿੱਤੀ ਗਈ ਹੈ, ਜਿਹੜਾ ਵਿਅਕਤੀ ਉਹਨੂੰ ਫੜਿਆ ਗਿਆ, ਪਰ ਇਦਾਂ ਦੇ ਮਾਮਲੇ ਜਿਹੜੇ ਨੇ ਉਹ ਵੱਧ ਰਹੇ ਨੇ। ਕੀ ਗੱਲ ਹੈ? ਇਦਾਂ ਲੱਗਦਾ ਵੀ ਜਿਹੜੇ ਰੇਸਿਜ਼ਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਕੋਈ ਖੌਫ ਹੀ ਨਹੀਂ ਹੈ, ਨਾ ਸਰਕਾਰਾਂ ਦਾ ਨਾ ਕਿਸੇ ਵੀ ਤਰ੍ਹਾਂ ਦਾ, ਜਿਹੜਾ ਹਰ ਥੋੜ੍ਹੇ ਦਿਨਾਂ ਬਾਅਦ ਕਿਸੇ ਵੀ ਕਮਿਊਨਿਟੀ ਨਾਲ ਇਹ ਚੀਜ਼ਾਂ ਹੋ ਜਾਂਦੀਆਂ ਨੇ। ਇਹ ਖੌਫ ਕਿਹਨੇ ਪਾਉਣਾ?
ਹੈ, ਕਿਵੇਂ ਪਾਇਆ ਜਾਏ ਉਹਨਾਂ ਦੇ ਵਿੱਚ ਕਿ ਐਟਲੀਸਟ ਉਹ ਕੈਨੇਡਾ ਦੇ ਜਿਹੜੇ ਕਲਚਰਿਜ਼ਮ ਦੀ ਜਿਹੜੀ ਦੁਹਾਈ ਦਿੱਤੀ ਜਾਂਦੀ, ਜਿਹੜਾ ਬਹੁਤ ਜ਼ਿਆਦਾ ਇਸ ਚੀਜ਼ ਦਾ ਡੰਕਾ ਵਜਾਇਆ ਜਾਂਦਾ, ਐਟਲੀਸਟ ਉਹਨੂੰ ਸਮਝ ਸਕਣ। ਨਹੀਂ, ਬਿਲਕੁਲ ਤੁਸੀਂ ਕਿਹਾ ਕਿ ਇਹ ਜਿਹੜਾ ਨਸਲੀ ਜਿਹੜਾ ਨਸਲਵਾਦ ਹੈ ਉਹ ਤਾਂ ਕੈਨੇਡਾ ਦੇ ਜੇ ਅਸੀਂ ਦੇਖੀਏ ਤਾਂ ਸਿਸਟਮ 'ਚ ਵੜਿਆ ਹੋਇਆ। ਜਿਹੜੇ ਤੁਸੀਂ ਹੁਣੇ ਅਸੀਂ ਇੰਡੀਜਨਸ ਲੋਕਾਂ ਦੀ ਜਿਹੜੀ ਅਨਮਾਰਕਡ ਗ੍ਰੇਵਸ ਦੀ ਜਿਹੜੀ ਡਿਸਕਵਰੀ ਹੋਈ ਹੈਗੀ ਹੈ, ਔਰ ਇਹ ਇੰਡੀਜਨਸ ਲੋਕ ਤਾਂ ਕਦੋਂ ਤੋਂ ਕਹਿ ਰਹੇ ਕਿ ਸਾਡੇ ਨਾਲ ਨਸਲਵਾਦ ਹੋ ਰਿਹਾ, ਉਹ ਕਿੰਨੀ ਜ਼ੋਰ ਦੀ ਕਹਿ ਰਹੇ ਸੀਗੇ, ਪਰ ਨੋਬਡੀ ਵਾਸ ਰੈਡੀ ਟੂ ਬਲੀਵ ਦੈਮ। ਸੋ ਜਿਹੜਾ ਸਟਰਕਚਰ ਹੀ ਹੈ ਕੈਨੇਡਾ, ਉਹ ਨਸਲਵਾਦ ਦੇ ਉੱਤੇ ਹੀ ਹੈਗਾ, ਸੋ ਦੈਟ ਕਲੋਨੀਅਲ ਸਟਰਕਚਰ। ਪਰ ਇਹ ਕਿ ਉਹ ਅਸੀਂ ਜਿਵੇਂ ਸਾਡੇ ਵਰਗੇ ਲੋਕ ਆਏ, ਅਸੀਂ ਬਹੁਤ ਜ਼ਿਆਦਾ ਨਸਲਵਾਦ ਹੰਡਾਇਆ, ਪਰ ਫਿਰ ਬਹੁਤ ਜ਼ਿਆਦਾ ਅਚੀਵ ਕਰ ਲਿਆ, ਔਰ ਸਾਨੂੰ ਕਿਤੇ ਨਾ ਕਿਤੇ ਇਹ ਲੱਗਣ ਲੱਗ ਗਿਆ ਨੋ ਐਵਰੀਥਿੰਗ ਇਜ਼ ਰਾਈਟ। ਮਲਟੀਕਲਚਰਲਿਜ਼ਮ ਦੀਆਂ ਬਹੁਤ ਗੱਲਾਂ ਹੋ ਰਹੀਆਂ ਸੀਗੀਆਂ, ਪਰ ਥਿੰਗਸ ਆਰ ਨਾਟ ਰਾਈਟ। ਵੀ ਨੋ ਦੈਟ ਰੇਸਿਜ਼ਮ ਸਟਿਲ ਐਗਜ਼ਿਸਟ, ਐਂਡ ਸਪੈਸ਼ਲੀ ਜਿਹੜਾ ਇੱਕ ਸਟਲ ਰੇਸਿਜ਼ਮ, ਸਟਰਕਚਰਲ ਰੇਸਿਜ਼ਮ ਹੈ, ਉਹ ਬਹੁਤ ਜ਼ਿਆਦਾ ਭਾਰੂ ਹੈਗਾ। ਔਰ ਉਹਦੇ ਹੀ ਅਸੀਂ ਹੁਣ ਇਹਦੇ ਇੰਸਟੈਂਸਿਸ ਦੇਖ ਰਹੇ ਹਾਂ। ਵਟ ਹੈਪਨ ਇਨ ਲੰਡਨ ਓਨਟਾਰੀਓ ਵਾਜ਼ ਵੈਰੀ ਸੈਡ, ਪਰ ਉਹ ਇਟ ਇਜ਼ ਨਾਟ shocking because this is what we have seen in Canada, these sort of things। ਪਰ ਉਹਨਾਂ ਦਾ ਵਾਧਾ ਹੋ ਜਾਣਾ ਉਹਨਾਂ ਦੀ ਬਹੁਤ ਜ਼ਿਆਦਾ ਚਿੰਤਾਜਨਕ ਗੱਲ ਹੈਗੀ ਹੈ। ਤੇ ਐਸੀ ਕਰਕੇ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਇੱਕ ਤਾਂ ਹੈ ਕਿ ਕਹਿਣਾ ਪਏਗਾ ਕਿ ਨਸਲਵਾਦ ਐਗਜ਼ਿਸਟ ਕਰਦਾ। ਪ੍ਰੀਮੀਅਰ ਹੌਰਗਨ ਨੇ ਬਾਰ-ਬਾਰ ਉਹ ਕਹਿੰਦੇ ਆ ਕਿ ਸਾਡੇ ਸਿਸਟਮ ਵਿੱਚ ਨਸਲਵਾਦ ਹੈ। ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਪ੍ਰਾਈਮ ਮਿਨਿਸਟਰ ਟਰੂਡੋ ਨੇ ਵੀ ਇਸ ਗੱਲ ਨੂੰ ਕਈ ਵਾਰ ਆਪਣੇ ਉਹਦੇ ਵਿੱਚ ਕਮਿਟਮੈਂਟ ਵਿੱਚ ਵੀ ਕਿਹਾ ਹੈਗਾ, ਪਰ ਇਹ ਕਿ ਸਿਰਫ ਕਹਿਣ ਨਾਲ ਗੱਲ ਨਹੀਂ ਬਣਨੀ ਹੈ, ਕਿ ਉਹਦੇ ਨਾਲ ਕੰਕਰੀਟ ਐਕਸ਼ਨ ਪਲਾਨਸ ਚਾਹੀਦੇ। ਯੈਸਟਰਡੇ ਤੁਸੀਂ ਹੁਣ ਕਿਉਂਕਿ ਮੁਸਲਿਮ ਫੈਮਿਲੀ ਦੀ ਗੱਲ ਕੀਤੀ, ਇੱਕ ਬਹੁਤ ਜ਼ਿਆਦਾ ਸਮਿਟ ਹੋਇਆ ਜਿਹੜਾ ਫੈਡਰਲ ਗਵਰਨਮੈਂਟ ਵੱਲੋਂ ਕਰਾਇਆ ਗਿਆ, ਇੰਟਰਨੈਸ਼ਨਲ ਸਮਿਟ ਔਨ ਇਸਲਾਮੋਫੋਬੀਆ। ਉਹਦੇ ਵਿੱਚ ਉਹਨਾਂ ਨੇ ਜਿਹੜੀ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਹੈ, ਉਹਨਾਂ ਨੇ ਕਾਫੀ ਜ਼ਿਆਦਾ ਰਿਕਮੈਂਡੇਸ਼ਨਸ ਦਿੱਤੀਆਂ। ਫੈਡਰਲ ਸਰਕਾਰ ਲਈ ਤਾਂ ਹੈਗੀਆਂ ਹੀ, ਪਰ ਪ੍ਰੋਵਿੰਸ਼ੀਅਲ ਸਰਕਾਰਾਂ ਲਈ ਵੀ। ਤੇ ਇਹਦੇ ਵਿੱਚ ਐਜੂਕੇਸ਼ਨ ਦੇ ਉੱਤੇ ਬਹੁਤ ਐਮਫੈਸਿਸ ਕੀਤਾ ਗਿਆ ਕਿ ਅਸੀਂ ਜਿਹੜੀ ਸਾਡੀ ਪੀੜ੍ਹੀ ਹੈ, ਸਾਡੀ ਜਨਰੇਸ਼ਨਸ ਹੈ, ਜਿਹੜੇ ਬੱਚੇ ਹੈ, ਉਹਨਾਂ ਨੂੰ ਕਿਵੇਂ ਅਸੀਂ ਸਮਝਾ ਸਕੀਏ ਕਿ ਇਹ ਜਿਹੜਾ ਕੈਨੇਡਾ ਮੁਲਕ ਹੈਗਾ ਸਾਡਾ ਸਾਰਿਆਂ ਦਾ ਹੈਗਾ। ਇਹ ਧਰਤੀ ਤਾਂ ਇੰਡੀਜਨਸ ਲੋਕਾਂ ਦੀ ਸੀਗੀ। ਜੇ ਕੋਈ ਗੋਰੇ ਲੋਕ ਅੱਜ ਸਾਡੇ ਤੋਂ 200 ਸਾਲ ਪਹਿਲਾਂ ਆ ਗਏ, ਉਹਨਾਂ ਨੂੰ ਕਿਤੇ ਵੀ ਹਾਂ ਸਾਡੀ ਉਹ ਜਦੋਂ ਸਾਨੂੰ ਜਿਵੇਂ ਹੁਣ ਜਿਹੜਾ ਅਸੀਂ ਇੰਸਟੈਂਸ ਦੇਖਿਆ, ਦਿਸ ਇਜ਼ ਲਾਈਕ ਉਹ ਤੁਹਾਡੀ ਧਰਤੀ ਵੀ ਨਹੀਂ ਸੀਗੀ। ਤੁਸੀਂ ਆਏ, ਤੁਸੀਂ ਆ ਕੇ ਇੱਥੇ ਉਹਨਾਂ ਨੂੰ ਕੋਲੋਨਾਈਜ਼ ਕੀਤਾ। ਉਵੇਂ ਹੀ ਅਸੀਂ ਆਏ, ਸਾਡੇ ਵਰਗੇ ਲੋਕ ਔਰ ਹੋਰ ਕਈ ਪੂਰੇ ਗਲੋਬਲੀ ਪੀਪਲ ਕੇਮ ਹੇਅਰ ਐਂਡ ਉਹਨਾਂ ਨੇ ਇਹਨੂੰ ਆਪਣਾ ਮੁਲਕ ਬਣਾਇਆ। ਉਹਨਾਂ ਨੂੰ ਉਨਾ ਹੀ ਅਧਿਕਾਰ ਹੈ। ਇਟ ਇਜ਼ ਅ ਕੰਟਰੀ of immigrants and this is what, ਔਰ ਸਾਨੂੰ ਸਿਰਫ ਥੈਂਕਫੁਲ ਹੋਣਾ ਚਾਹੀਦਾ ਇੰਡੀਜਨਸ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਹੱਕ ਦਿੱਤਾ ਹੈਗਾ। ਸੋ a lot of work needs to be done। it's a very complex matter ਕਿਉਂਕਿ ਲੋਕੀ ਰੇਸਿਜ਼ਮ ਦੀ ਗੱਲ ਕਰਨਾ ਵੀ ਨਹੀਂ ਚਾਹੁੰਦੇ ਹੈਗੇ। ਅਸੀਂ ਸਾਡੇ ਵਰਗੇ ਲੋਕੀ ਵੀ ਜਿਹੜੇ ਰੇਸ਼ੀਅਲਾਈਜ਼ਡ ਵੀ ਹੈਗੇ, ਸਾਡੇ ਵੀ ਲਈ ਵੀ ਬਹੁਤ ਟਰਾਮਾ ਕ੍ਰੀਏਟ ਹੁੰਦਾ ਜਦ ਅਸੀਂ ਰੇਸਿਜ਼ਮ ਦੀ ਗੱਲ ਕਰਦੇ ਹਾਂ। ਮਲਟੀਕਲਚਰਲਿਜ਼ਮ, ਸਮੋਸੇ ਖਾਣਾ, ਬਟਰ ਚਿਕਨ ਦੀ ਗੱਲ ਕਰਨਾ, ਦੀਵਾਲੀ ਮਨਾਲੀ, ਵਿਚ ਇਜ਼ ਰੀਅਲੀ ਗੁੱਡ। ਆਈ ਥਿੰਕ ਵੀ ਹੈਵ ਡਨ ਅ ਲੋਟ ਔਨ ਦੈਟ, ਬਟ ਆਈ ਥਿੰਕ ਵੀ ਨੀਡ ਟੂ ਟੇਕ ਸਟੈਪਸ ਫਰਦਰ ਦੈਨ ਦੈਟ ਐਂਡ ਪੁੱਟ ਇਨ ਮੋਰ ਕੰਕਰੀਟ ਐਕਸ਼ਨ। ਜੀ ਬਤੌਰ MLA, ਬੀਂਗ MLA, ਤੁਹਾਡੀ ਆਪਣੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਵੀ ਠੀਕ ਹੈ, ਜਦੋਂ ਤੁਹਾਨੂੰ ਚੁਣਿਆ ਗਿਆ, ਤੁਸੀਂ ਨੁਮਾਇੰਦੇ ਹੋ ਔਰ ਤੁਸੀਂ ਇੱਕ ਇਹੋ ਜਿਹੇ ਨੁਮਾਇੰਦੇ ਹੋ ਜਿਹੜੇ ਲੋਕਾਂ ਦੀ ਸਹਿਮਤੀ ਨਾਲ ਚੁਣੇ ਗਏ ਹੋ। ਲੋਕਾਂ ਦੀ ਤੁਹਾਡੇ ਉੱਤੇ ਵੀ ਇੱਕ ਉਮੀਦ ਹੁੰਦੀ ਹੈ ਕਿ ਜਿਹੜੇ ਸਾਡੇ ਪੰਜਾਬੀ MLA ਨੇ, MPs ਨੇ, ਉਹ ਕਿਤੇ ਨਾ ਕਿਤੇ ਸਾਡੇ ਨਾਲ ਜੁੜੇ ਜਿਹੜੇ ਮਾਮਲੇ ਉਹਨਾਂ ਨੂੰ ਚੁੱਕਣ। ਕਿਤੇ ਨਾ ਕਿਤੇ ਲੱਗਦਾ ਵੀ ਇੱਕ ਅਵੇਅਰਨੈਸ ਦੀ ਘਾਟ ਹੈਗੀ ਹੈ। ਪੰਜਾਬੀ MLA, MP ਜਿਹੜੇ ਨੇ ਉਹ ਕਮਿਊਨਿਟੀਜ਼ ਨਾਲ ਬੈਠ ਕੇ, ਜੇ ਮੁੱਦਾ ਕਮਿਊਨਿਟੀ ਦਾ ਤਾਂ ਸੋਲਵ ਵੀ ਕਮਿਊਨਿਟੀ ਦੇ ਨਾਲ ਬੈਠ ਕੇ ਹੀ ਕਰਨਾ ਪੈਣਾ ਹੈ। ਸੋ ਉਹਨਾਂ ਨਾਲ ਕਦੀ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਹੋਵੇ, ਇਹਨਾਂ ਨੂੰ ਹੱਲ ਕਿਵੇਂ ਕਰਨਾ ਹੈ, ਉਹਨਾਂ ਸੰਬੰਧੀ ਕੋਈ ਵੀ ਰਣਨੀਤੀ ਬਣਾਈ ਜਾਏ। ਬਿਲਕੁਲ, ਔਰ ਅਸੀਂ ਤਾਂ ਮੈਂ ਤਾਂ ਕਹੂੰਗੀ ਕਿ ਕੋਈ ਵੀ ਫੈਸਲੇ ਕਮਿਊਨਿਟੀ ਤੋਂ ਬਿਨਾਂ ਨਹੀਂ ਹੋ ਸਕਦੇ ਹੈਗੇ। ਕਮਿਊਨਿਟੀ ਨੀਡਸ ਟੂ ਬੀ ਐਨ ਇਕੁਅਲ ਪਾਰਟਨਰ ਇਟ। ਸਰਕਾਰਾਂ ਨੇ ਆਪਣੇ ਕੰਮ ਕਰਨੇ ਹੈਗੇ ਆ, ਪਰ ਸਰਕਾਰਾਂ ਇਕੱਲੀਆਂ ਨਹੀਂ ਕਰਨਗੀਆਂ। ਵੀ ਨੀਡ ਵੈਰੀ ਸਟਰੋਂਗ ਐਲਾਈਸ਼ਿਪ। ਔਰ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਜਿਹੜੀਆਂ ਅਸੀਂ ਹੁਣ ਲੈਜਿਸਲੇਸ਼ਨਸ ਵੀ ਲੈ ਕੇ ਆ ਰਹੇ ਹੈਗੇ ਆ, ਜਿਹੜਾ ਡੇਟਾ ਦਾ ਲੈਜਿਸਲੇਸ਼ਨ ਹੈ, ਬਹੁਤ ਹੀ ਇੰਪੋਰਟੈਂਟ ਲੈਜਿਸਲੇਸ਼ਨ ਹੋਏਗਾ ਬ੍ਰਿਟਿਸ਼ ਕੋਲੰਬੀਆ ਲਈ। ਔਰ ਅਸੀਂ ਕਮਿਊਨਿਟੀ ਤੋਂ ਬਿਨਾਂ ਨਹੀਂ ਕਰਨਾ ਚਾਹ ਰਹੇ। ਅਸੀਂ ਕਮਿਊਨਿਟੀ ਨਾਲ ਆਲਰੇਡੀ ਇਨੀਸ਼ੀਅਲ ਕੰਸਲਟੇਸ਼ਨਸ ਕਰ ਚੁੱਕੇ ਹਾਂ। ਫਾਰਮਲ ਕੰਸਲਟੇਸ਼ਨ ਜਿਹੜੀਆਂ ਬ੍ਰੌਡਰ ਕੰਸਲਟੇਸ਼ਨਸ ਹੈਗੀਆਂ ਵੁੱਡ ਬੀ ਹੈਪਨਿੰਗ ਇਨ ਲੇਟਰ ਇਨ ਸਮਰ। ਔਰ ਹੈ ਕਿ ਮੈਂ ਤਾਂ ਸਾਰੇ ਕਮਿਊਨਿਟੀ ਮੈਂਬਰਸ ਨੂੰ ਇਹੀ ਕਹੂੰਗੀ ਕਿ ਸਾਡੀ ਤਾਂ ਕਮਿਊਨਿਟੀ ਦੀ ਜੇ ਹਿਸਟਰੀ ਦੇਖੀਏ ਕਿ ਇਹ ਕਾਲਨਾ ਜਿੰਨੀ ਸਾਡੀ ਕਮਿਊਨਿਟੀ ਮੈਂਬਰਸ ਨੇ ਕੀਤੀ ਹੈ ਅਗੇਂਸਟ ਰੇਸਿਜ਼ਮ, ਅਸੀਂ ਤਾਂ ਜਿਹੜੀ ਅੱਜ ਮੈਂ ਸਹੂਲਤਾਂ ਮੰਨ ਰਹੀ ਹੈਗੀ ਹਾਂ, ਜੇ ਸਾਡੇ ਐਲਡਰ, ਸਾਡੇ ਪਾਇਨੀਅਰਸ ਨੇ ਇਹ ਜਗ੍ਹਾ ਨਹੀਂ ਸਾਡੇ ਲਈ ਬਣਾਈ ਹੁੰਦੀ ਤਾਂ ਨਹੀਂ ਕਰ ਸਕਦੇ ਸੀਗੇ। ਸੋ ਕਮਿਊਨਿਟੀ ਨੀਡਸ ਟੂ ਬੀ ਵੈਰੀ ਮਚ ਅਵੇਅਰ ਆਫ ਇਟ ਐਂਡ ਕਮਿਊਨਿਟੀ ਨੂੰ ਬਿਲਕੁਲ ਉਨਾ ਹੀ ਇਕੁਅਲ ਪਾਰਟਨਰ ਹੋਣਾ ਪਏਗਾ। ਮੈਨੂੰ ਨਹੀਂ ਲੱਗਦਾ ਕਿ MLAs, ਮਿਨਿਸਟਰਸ ਦਾ ਲੈਂਸ ਨਹੀਂ ਹੈਗਾ। ਦੇ ਹੈਵ ਦ ਕੰਪਲੀਟ ਲੈਂਸ ਔਨ ਇਟ, ਪਰ ਵੀ ਨੀਡ ਦ ਸਪੋਰਟ ਫਰਮ ਦ ਕਮਿਊਨਿਟੀ। ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।